Dear students, we are studying chapter number 5, that is periodic classification of elements of class 10th science subject. So what we have learned so far, ਹੁਣ ਤੱਕ ਆਪਾਂ ਕੀ ਸਿੱਖਿਆ ਹੈ। ਕੁਝ ਵੀਡੀਓਜ਼ ਆਪਾਂ ਜਿਹੜੀਆਂ ਪਹਿਲੇ ਸ਼ੂਟ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ ਆਪਾਂ ਹੁਣ ਤੱਕ ਸਿੱਖ ਚੁੱਕੇ ਹਾਂ ਐਲੀਮੈਂਟਸ ਕੀ ਹੁੰਦੇ ਹੈ, ਕੰਪਾਊਂਡਸ ਕੀ ਹੁੰਦੇ ਹੈ, ਮਿਕਸਚਰਸ ਕੀ ਹੁੰਦੇ ਹੈ, ਐਲੀਮੈਂਟਸ ਦੀ ਪੀਰੀਓਡਿਕ ਕਲਾਸੀਫਿਕੇਸ਼ਨ ਕੀ ਹੁੰਦੀ ਹੈ, ਕਲਾਸੀਫਿਕੇਸ਼ਨ ਵਰਡ ਦਾ ਮਤਲਬ ਕੀ ਹੈ, ਤਾਂ ਕਲਾਸੀਫਿਕੇਸ਼ਨ ਕਰਨ ਦੀ ਲੋੜ ਕਿਉਂ ਪਈ ਐਲੀਮੈਂਟਸ ਦੀ। ਦੈਨ ਕਲਾਸੀਫਿਕੇਸ਼ਨ ਕਿੰਨੇ ਸਾਇੰਟਿਸਟ ਨੇ, ਕਿੰਨੇ ਕੈਮਿਸਟ ਨੇ ਹੁਣ ਤੱਕ ਜਿਹੜਾ ਹੈ ਟਰਾਈ ਕੀਤੀ, ਉਹਨਾਂ ਚੋਂ ਮੇਨ ਮਾਡਲ ਆਪਾਂ ਡਿਸਕਸ ਕੀਤੇ ਜੋ ਤੁਹਾਡੀ ਬੁੱਕ ਦੇ ਵਿੱਚ ਦਿੱਤੇ ਗਏ ਹਨ। ਉਹਦੇ ਵਿੱਚ ਆਪਾਂ 3 ਮਾਡਲ ਡਿਸਕਸ ਕਰ ਚੁੱਕੇ ਹਾਂ ਹੁਣ ਤੱਕ। ਪਹਿਲਾ ਹੈ ਡੋਬਿਨੇਟ ਟਰਾਇਡਸ, ਦੂਜਾ ਹੈ ਨਿਊਲੈਂਡਸ ਲਾਅ ਆਫ ਆਕਟੇਵਸ ਤੇ ਤੀਜਾ ਹੈ ਮੈਂਡਲੀਵ ਨੇ ਜਿਹੜੀ ਪੀਰੀਓਡਿਕ ਟੇਬਲ ਬਣਾਈ ਉਹਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਤਿੰਨੋਂ ਹੀ ਪੀਰੀਓਡਿਕ ਟੇਬਲ ਕਿਵੇਂ ਬਣੀਆਂ, ਉਹਨਾਂ ਦਾ ਬੇਸ ਕੀ ਸੀ, ਦੈਨ ਉਹਨਾਂ ਦੇ ਲਿਮਿਟੇਸ਼ਨਸ, ਉਹਨਾਂ ਦੇ ਵਿੱਚ ਕਮੀਆਂ ਕੀ ਸੀ, ਉਹਨਾਂ ਦੀਆਂ ਅਚੀਵਮੈਂਟਸ, ਉਹਨਾਂ ਦੀਆਂ ਪ੍ਰਾਪਤੀਆਂ ਕੀ ਸੀ, ਇਹਨਾਂ 3 ਚੀਜ਼ਾਂ ਬਾਰੇ ਆਪਾਂ ਹਰੇਕ ਤਿੰਨੋਂ ਹੀ ਮਾਡਲ ਬਾਰੇ ਡਿਸਕਸ ਕਰ ਚੁੱਕੇ ਹਾਂ। ਦੈਨ ਇਹਦੇ ਵਿੱਚ ਜਿਹੜਾ ਹੈ ਮੈਂਡਲੀਵ ਦਾ ਜਿਹੜਾ ਪੀਰੀਓਡਿਕ ਟੇਬਲ ਸੀ ਉਹ ਇੱਕ ਬੇਸ ਬਣਿਆ ਮਾਡਰਨ ਪੀਰੀਓਡਿਕ ਟੇਬਲ ਲਈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਦੈਟ ਇਜ਼ ਦਾ ਮੇਨ ਪੀਰੀਓਡਿਕ ਟੇਬਲ ਵੀ ਹੈਵ ਟੂ ਸਟੱਡੀ। ਸੋ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਹੈ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੇ ਮਾਡਲ ਤੇ ਹੀ ਬਣੀ। ਜਸਟ ਇੱਕ ਡਿਫਰੈਂਸ ਸੀ ਕਿ ਐਟੋਮਿਕ ਮਾਸ ਦੀ ਥਾਂ ਤੇ ਐਟੋਮਿਕ ਨੰਬਰ ਨੂੰ ਯੂਜ਼ ਕੀਤਾ ਗਿਆ, ਜਿਹਦੇ ਬਾਰੇ ਅੱਜ ਆਪਾਂ ਹੋਰ ਡਿਟੇਲ ਦੇ ਵਿੱਚ ਪੜ੍ਹਨ ਵਾਲੇ ਹਾਂ, ਰਾਈਟ। ਸੋ ਕੁਝ ਹੁਣ ਤੱਕ ਚੈਪਟਰ ਦੇ ਵਿੱਚ ਕੁਐਸਚਨ ਵੀ ਆ ਚੁੱਕੇ ਹਨ ਤੇ ਜਿਨ੍ਹਾਂ ਬਾਰੇ ਆਪਾਂ ਡਿਸਕਸ ਕੀਤਾ ਸੀ ਐਜ਼ ਅ ਹੋਮਵਰਕ ਤੁਸੀਂ ਉਹਨਾਂ ਨੂੰ ਜਿਹੜਾ ਅਟੈਂਪਟ ਕਰਨਾ ਸੀ। ਆਈ ਹੋਪ ਕਿ ਤੁਸੀਂ ਕਾਫੀ ਹੱਦ ਤੱਕ ਟਰਾਈ ਕੀਤਾ ਹੋਵੇਗਾ ਉਹਨਾਂ ਦੇ ਆਨਸਰ ਦੇਣ ਦਾ। ਬਟ ਬਿਫੋਰ ਗਿਵਿੰਗ ਆਨਸਰਸ ਫਰੋਮ ਮਾਈ ਸਾਈਡ, ਆਪਣੇ ਵੱਲੋਂ ਉਹਨਾਂ ਦੇ ਆਨਸਰ ਦੇਣ ਤੋਂ ਪਹਿਲਾਂ ਆਪਾਂ ਨੂੰ ਇੱਕ ਹੋਰ ਟੌਪਿਕ ਜਿਹੜਾ ਹੈ ਉਹ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਵੈਸੇ ਆਪਾਂ ਕਾਫੀ ਕੁਐਸਚਨ ਦੇ ਆਨਸਰ ਹੁਣ ਤੱਕ ਆਪਣੀ ਡਿਸਕਸ਼ਨ ਦੇ ਵਿੱਚ ਹੀ ਦੇ ਚੁੱਕੇ ਹਾਂ, ਬਟ ਫਿਰ ਵੀ ਫਰਦਰ ਇੱਕ ਸਟੀਕ ਆਨਸਰ ਲਈ ਆਪਾਂ ਜਿਹੜਾ ਹੈ ਇੱਕ ਹੋਰ ਟੌਪਿਕ ਨੂੰ ਡਿਸਕਸ ਕਰਨ ਜਾ ਰਹੇ ਹਾਂ। ਸੋ ਆਪਾਂ ਪਹਿਲੇ ਉਸ ਟੌਪਿਕ ਨੂੰ ਡਿਸਕਸ ਕਰਾਂਗੇ, ਫਿਰ ਹੁਣ ਤੱਕ ਜਿਹੜੇ ਕੁਐਸਚਨ ਆਏ ਉਹਨਾਂ ਬਾਰੇ ਡਿਸਕਸ ਕਰਾਂਗੇ, ਦੈਨ ਵੀ ਵਿਲ ਮੂਵ ਫਾਰਵਰਡ ਇਨ ਦਾ ਚੈਪਟਰ। ਯਾ ਤਾਂ ਆਪਾਂ ਸਾਇੰਸ ਦੇ ਵਿੱਚ ਜਿਹੜਾ ਹੈ ਕਾਫੀ ਕੁਝ ਇਵੇਂ ਚੱਲਦਾ ਰਹੇਗਾ, ਵਿੱਚ ਕੁਝ ਨਾ ਕੁਝ ਨਵੇਂ ਟੌਪਿਕਸ ਜਿਹੜੇ ਹੈ ਇੰਪੋਰਟੈਂਟ ਟੌਪਿਕ ਆਪਾਂ ਡਿਸਕਸ ਕਰਦੇ ਰਹਾਂਗੇ। ਸੋ ਅੱਜ ਦਾ ਜਿਹੜਾ ਇੰਪੋਰਟੈਂਟ ਟੌਪਿਕ ਹੈ ਉਹ ਮੈਂ ਇੱਥੇ ਲਿਖਣ ਜਾ ਰਿਹਾ ਤੁਹਾਡੇ ਲਈ, ਦੈਟ ਇਜ਼ ਐਟੋਮਿਕ ਸਟਰਕਚਰ ਤੇ ਇਹਦੇ ਨਾਲ ਜਿਹੜਾ ਦੂਜਾ ਹੈ ਇੰਪੋਰਟੈਂਟ, ਦੈਟ ਇਜ਼ ਸ਼ੈਲ ਕਨਫਿਗਰੇਸ਼ਨ। ਹੁਣ ਇਹਨਾਂ ਦੋ ਵਰਡਸ ਦਾ ਮਤਲਬ ਕੀ ਹੈ, ਐਟੋਮਿਕ ਸਟਰਕਚਰ ਐਂਡ ਸ਼ੈਲ ਕਨਫਿਗਰੇਸ਼ਨ, ਇਹਨਾਂ ਦੋ ਵਰਡਸ ਦਾ ਮਤਲਬ ਕੀ ਹੈ। ਹੁਣ ਆਪਾਂ ਥੋੜਾ ਜਿਹਾ ਰਿਵਾਈਂਡ ਕਰਦੇ ਹਾਂ। ਪਿਛਲੀ ਵੀਡੀਓਜ਼ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਇਸ ਬਾਰੇ ਕਿ ਇੱਕ ਐਟਮ ਕੀ ਹੁੰਦਾ ਹੈ। ਬੇਸਿਕਲੀ ਇੱਕ ਐਲੀਮੈਂਟ ਹੈ, ਕੋਈ ਵੀ ਐਲੀਮੈਂਟ ਆਪਾਂ ਲੈ ਲਈਏ, ਗੋਲਡ ਲੈ ਲਓ, ਆਇਰਨ ਲੈ ਲਓ, ਹਾਈਡਰੋਜਨ ਲੈ ਲਓ, ਐਨੀ ਐਲੀਮੈਂਟ, ਚਾਹੇ ਉਹ ਗੈਸ ਫਾਰਮ ਦੇ ਵਿੱਚ ਹੈ, ਚਾਹੇ ਲਿਕੁਇਡ ਸਟੇਟ ਦੇ ਵਿੱਚ ਹੈ, ਚਾਹੇ ਉਹ ਸੋਲਿਡ ਸਟੇਟ ਦੇ ਵਿੱਚ ਹੈ। ਕੋਈ ਵੀ ਇੱਕ ਐਲੀਮੈਂਟ, ਲੈਟਸ ਸਪੋਜ਼ ਕਿ ਆਪਾਂ ਇੱਕ ਗੋਲਡ ਦਾ ਐਗਜ਼ਾਮਪਲ ਲੈਂਦੇ ਹਾਂ। ਸੋ ਗੋਲਡ ਨੂੰ ਜੇ ਆਪਾਂ ਤੋੜਦੇ ਜਾਈਏ ਤਾਂ ਬਹੁਤ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਹੈ ਉਹਨੂੰ ਆਪਾਂ ਬ੍ਰੇਕ ਕਰ ਸਕਦੇ ਹਾਂ, ਰਾਈਟ। ਸੋ ਗੋਲਡ ਨੂੰ ਆਪਾਂ ਬਹੁਤ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਹੈ ਉਹਨੂੰ ਬ੍ਰੇਕ ਕਰ ਸਕਦੇ ਹਾਂ। ਸੋ ਉਸ ਨੂੰ ਫਰਦਰ ਹੋਰ ਤੋੜਦੇ ਜਾਓ, ਅਲਟੀਮੇਟਲੀ ਇੱਕ ਇਹੋ ਜਿਹੀ ਸਟੇਜ ਆਏਗੀ ਜਿੱਥੇ ਆਪਾਂ ਉਹਨੂੰ ਫਰਦਰ ਨਹੀਂ ਤੋੜ ਪਾਵਾਂਗੇ। ਫਿਰ ਆਪਾਂ ਉਹਨੂੰ ਮਾਈਕਰੋਸਕੋਪ ਦੇ ਅੰਦਰ ਦੇਖਾਂਗੇ, ਉਸ ਨੂੰ ਆਪਾਂ ਹੋਰ ਤੋੜਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਅੰਦਰ ਕੀ ਹੈ ਉਸਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਫਰਦਰ ਇਲੈਕਟ੍ਰੋਨ ਮਾਈਕਰੋਸਕੋਪ ਉਸ ਤੋਂ ਵੀ ਜ਼ਿਆਦਾ ਮੈਗਨੀਫਾਈ ਕਰਨ ਵਾਲਾ ਹੁੰਦਾ ਹੈ, ਤਾਂ ਉਹਦੇ ਵਿੱਚ ਆਪਾਂ ਇਸ ਨੂੰ ਜਿਹੜਾ ਹੈ ਦੇਖਣ ਦੀ ਕੋਸ਼ਿਸ਼ ਕਰਾਂਗੇ। ਉਹਦੇ ਵਿੱਚ ਐਕਚੁਅਲੀ ਦੇਖ ਨਹੀਂ ਪਾਉਂਦੇ, ਉਹ ਇੱਕ ਡਿਫਰੈਂਟ ਕਨਸੈਪਟ ਹੈ, ਉਸ ਬਾਰੇ ਜਿਹੜਾ ਹੈ ਜੇ ਆਪਾਂ ਫਿਲਹਾਲ ਡਿਸਕਸ ਨਹੀਂ ਕਰਾਂਗੇ। ਸੋ ਆਪਾਂ ਇਸ ਤਰੀਕੇ ਨਾਲ ਜਦੋਂ ਸਾਇੰਟਿਸਟ ਨੇ, ਕੈਮਿਸਟ ਨੇ ਦੇਖਣਾ ਸ਼ੁਰੂ ਕੀਤਾ ਕਿ ਇੱਕ ਐਲੀਮੈਂਟ ਦੇ ਅੰਦਰ ਤੱਕ ਕੀ ਚੀਜ਼ ਹੁੰਦੀ ਹੈ, ਤਾਂ ਉਹਦੇ ਅੰਦਰ ਤੱਕ ਉਹਨਾਂ ਨੇ ਪਾਇਆ ਕਿ ਉਹਦੇ ਅੰਦਰ ਇੱਕ ਐਟਮਸ ਹੁੰਦੀ ਹੈ ਜਿਹੜੀ ਸਭ ਤੋਂ ਛੋਟੀ ਇਕਾਈ ਹੈ। ਸਭ ਤੋਂ ਛੋਟੀ ਇਕਾਈ ਕਿਸੇ ਵੀ ਐਲੀਮੈਂਟ ਦੀ ਇੱਕ ਐਟਮ ਹੁੰਦਾ ਹੈ, ਤੇ ਐਟਮ ਵੀ ਅੱਗੇ 3 ਚੀਜ਼ਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ। ਹੁਣ ਉਹ ਕੀ ਚੀਜ਼ਾਂ ਹੁੰਦੀਆਂ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਥੋੜਾ ਜਿਹਾ ਆਪਾਂ ਬਰੀਫ ਇਹਨੂੰ ਪਹਿਲੇ ਕਰ ਚੁੱਕੇ ਹਾਂ। ਇਸ ਨੂੰ ਆਪਾਂ ਲੈਂਦੇ ਹਾਂ ਕਿ ਸੈਂਟਰ ਦੇ ਵਿੱਚ ਜਿਹੜਾ ਹੈ ਇੱਕ ਨਿਊਕਲੀਅਸ ਹੁੰਦਾ ਹੈ, ਉਹਦੇ ਵਿੱਚ ਹੁੰਦੇ ਹਨ ਨਿਊਟਰੋਨਸ ਐਂਡ ਪ੍ਰੋਟੋਨਸ, ਉਹਦੇ ਆਸ-ਪਾਸ ਕੁਝ ਸ਼ੈਲਸ ਹੁੰਦੇ ਹਨ, ਇਹਨਾਂ ਨੂੰ ਸ਼ੈਲਸ ਕਿਹਾ ਜਾਂਦਾ ਹੈ। ਇਹਨਾਂ ਦੇ ਵਿੱਚ ਹੁੰਦੇ ਹਨ ਇਲੈਕਟ੍ਰੋਨਸ, ਓਕੇ। ਹੁਣ ਇਹਦੇ ਆਲੇ ਦੁਆਲੇ ਜਿਹੜੇ ਹੈ ਨੰਬਰ ਆਫ ਸ਼ੈਲਸ ਇੱਕ ਤੋਂ ਵੱਧ ਵੀ ਹੋ ਸਕਦੇ ਹਨ, 1 2 3 4 ਕਿੰਨੇ ਵੀ ਜਿਹੜੇ ਹੈ ਸ਼ੈਲਸ ਹੋ ਸਕਦੇ ਹਨ, ਓਕੇ। ਸੋ ਆਪਾਂ ਫਿਲਹਾਲ ਜਿਹੜਾ ਹੈ ਇਹਨੇ ਆਪਾਂ ਬਣਾ ਲਏ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨਿਊਕਲੀਅਸ। ਪਹਿਲੀ ਗੱਲ ਤਾਂ ਨਿਊਕਲੀਅਸ ਦੇ ਵਿੱਚ ਨਿਊਟਰੋਨਸ ਤੇ ਪ੍ਰੋਟੋਨਸ, ਇਹ ਦੋਨੋਂ ਕੀ ਚੀਜ਼ਾਂ ਹੁੰਦੀਆਂ ਹਨ। ਕਿਸੇ ਵੀ ਨਿਊਕਲੀਅਸ ਦੇ ਵਿੱਚ ਨਿਊਟਰੋਨ ਹੁੰਦਾ ਹੈ ਨਿਊਟਰਲ ਚਾਰਜ, ਉਸ 'ਤੇ ਕੋਈ ਚਾਰਜ ਨਹੀਂ ਹੁੰਦਾ। ਪ੍ਰੋਟੋਨ ਹੁੰਦਾ ਪੋਜ਼ਿਟਿਵ ਚਾਰਜ, ਪਲੱਸ ਸਾਈਨ। ਉਹਦੇ ਆਸ-ਪਾਸ ਜਿਹੜੇ ਸ਼ੈਲਸ ਦੇ ਵਿੱਚ ਹੈ ਇਲੈਕਟ੍ਰੋਨਸ ਰਿਵੋਲਵ ਕਰਦੇ ਹਨ ਜੋ ਕਿ ਹੁੰਦੇ ਹਨ ਨੈਗੇਟਿਵਲੀ ਚਾਰਜ, ਨੈਗੇਟਿਵ ਸਾਈਨ ਉਹਨਾਂ ਦੇ ਉੱਪਰ। ਹੁਣ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕ੍ਰਿਕਟ ਬਾਲ ਦਾ।
ਜੇ ਕ੍ਰਿਕਟ ਬਾਲ ਦਾ ਆਪਾਂ ਐਗਜ਼ਾਮਪਲ ਲਈਏ, ਕ੍ਰਿਕਟ ਬਾਲ ਇੱਕ ਗੋਲਾਕਾਰ ਆਕ੍ਰਿਤੀ ਹੈ, ਇੱਕ ਗੋਲਾਕਾਰ ਆਕ੍ਰਿਤੀ। ਇਹ ਇੱਕ ਨਿਊਕਲੀਅਸ ਦੀ ਤਰ੍ਹਾਂ ਆਪਾਂ ਲੈ ਸਕਦੇ ਹਾਂ ਕਿ ਇੱਕ ਐਟਮ ਦਾ ਨਿਊਕਲੀਅਸ ਹੈ। ਇਹਦੇ ਅੰਦਰ ਹੋਣਗੇ ਨਿਊਟਰੋਨਸ ਤੇ ਪ੍ਰੋਟੋਨਸ, ਤੇ ਇਹਦੇ ਆਲੇ ਦੁਆਲੇ ਜਿਹੜਾ ਹੈ ਇਸ ਤਰੀਕੇ ਨਾਲ ਜਾਂ ਇਸ ਤਰੀਕੇ ਨਾਲ ਜਾਂ ਇਧਰ ਨੂੰ ਕਿਸੇ ਵੀ ਤਰਫ ਨੂੰ ਇਹਦੇ ਆਲੇ ਦੁਆਲੇ ਇਲੈਕਟ੍ਰੋਨਸ ਘੁੰਮ ਰਹੇ ਹੋ ਸਕਦੇ ਆ, ਰਾਈਟ। ਪਰ ਆਪਣੇ ਕੋਲ ਪੇਪਰ ਤੇ 2D ਸਪੇਸ ਹੈ, ਤਾਂ ਪੇਪਰ ਤੇ ਆਪਾਂ ਐਜ਼ ਅ ਸਰਕਲ ਦਿਖਾਉਂਦੇ ਆ ਕਿ ਨਿਊਕਲੀਅਸ ਜਿਹੜਾ ਐਜ਼ ਅ ਸਰਕਲ ਹੈ, ਉਹਦੇ ਆਲੇ ਦੁਆਲੇ ਦੇ ਸ਼ੈਲ ਜਿਹੜੇ ਹੈ ਉਹ ਐਜ਼ ਅ ਸਰਕਲ ਹੈ। ਪਰ ਐਕਚੁਅਲ ਦੇ ਵਿੱਚ ਉਹ ਸਰਕਲ ਨਹੀਂ ਹੁੰਦਾ, ਉਹ ਗੋਲਾਕਾਰ ਹੁੰਦਾ ਹੈ, ਤੇ ਉਹਦੇ ਆਲੇ ਦੁਆਲੇ ਸ਼ੈਲ ਜਿਹੜੇ ਹੈ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਹੋ ਸਕਦੇ ਆ। ਓਕੇ, ਸੋ ਆਈ ਹੋਪ ਤੁਹਾਨੂੰ ਇੱਥੇ ਤੱਕ ਦਾ ਕਨਸੈਪਟ ਜਿਹੜਾ ਹੈ ਕਲੀਅਰ ਹੋਏਗਾ। ਦੈਨ ਹੁਣ ਆਪਾਂ ਅੱਗੇ ਫਰਦਰ ਪ੍ਰੋਸੀਡ ਕਰਦੇ ਹਾਂ। ਹੁਣ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਸੈਂਟਰ ਦੇ ਵਿੱਚ ਪ੍ਰੋਟੋਨ ਕਿੰਨੇ ਹੋਣਗੇ, ਨਿਊਟਰੋਨਸ ਕਿੰਨੇ ਹੋਣਗੇ, ਉਹਦੇ ਆਲੇ ਦੁਆਲੇ ਜਿਹੜੇ ਹੈ ਇਲੈਕਟ੍ਰੋਨਸ ਕਿੰਨੇ ਹੋਣਗੇ, ਰਾਈਟ। ਤੇ ਨੰਬਰ ਆਫ ਸ਼ੈਲਸ 1 ਹੋਣਗੇ, 2 ਹੋਣਗੇ ਜਾਂ ਇਸ ਤੋਂ ਵੀ ਵੱਧ ਹੋਣਗੇ, ਇਹ ਆਪਾਂ ਨੂੰ ਪਤਾ ਕਿਵੇਂ ਲੱਗੇਗਾ। ਹੁਣ ਇਸ ਲਈ ਆਪਾਂ ਐਗਜ਼ਾਮਪਲ ਲੈਂਦੇ ਹਾਂ ਤੁਹਾਡੇ ਸਭ ਤੋਂ ਪਹਿਲੇ ਐਲੀਮੈਂਟ ਦਾ ਪੀਰੀਓਡਿਕ ਟੇਬਲ ਦੇ, ਦੈਟ ਇਜ਼ ਹਾਈਡਰੋਜਨ। ਜੇ ਆਪਾਂ ਹਾਈਡਰੋਜਨ ਦਾ ਐਗਜ਼ਾਮਪਲ ਲਈਏ, ਇਹਦਾ ਐਟੋਮਿਕ ਨੰਬਰ ਹੁੰਦਾ ਹੈ 1। ਇਸ ਐਟੋਮਿਕ ਨੰਬਰ 1 ਦਾ ਮਤਲਬ ਕੀ ਹੈ? ਐਟੋਮਿਕ ਨੰਬਰ 1 ਦਾ ਮਤਲਬ ਹੈ ਇਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਤੇ ਨੰਬਰ ਆਫ ਪ੍ਰੋਟੋਨਸ ਦੋਨੋਂ ਹੀ 1-1 ਹੋਣਗੇ। ਯਾਨੀ ਕਿ ਹਾਈਡਰੋਜਨ ਦੇ ਕੋਲ 1 ਇਲੈਕਟ੍ਰੋਨ ਹੋਏਗਾ ਤੇ ਸਿਰਫ 1 ਪ੍ਰੋਟੋਨ ਹੋਏਗਾ। ਨਿਊਟਰੋਨ ਵੀ 1 ਹੋਏਗਾ, ਪਰ ਆਪਾਂ ਅਜੇ ਉਹਦੇ ਬਾਰੇ ਡਿਸਕਸ ਨਹੀਂ ਕਰਾਂਗੇ। ਅਜੇ ਆਪਾਂ ਮੇਨਲੀ ਪ੍ਰੋਟੋਨਸ ਤੇ ਇਲੈਕਟ੍ਰੋਨਸ ਬਾਰੇ ਡਿਸਕਸ ਕਰਾਂਗੇ। ਓਕੇ, ਸੋ ਹਾਈਡਰੋਜਨ ਜਿਹੜਾ ਹੈ, ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹਦਾ ਐਟੋਮਿਕ ਸਟਰਕਚਰ ਕਿਹੋ ਜਿਹਾ ਬਣੇਗਾ? ਇਸ ਤਰ੍ਹਾਂ ਦੇ ਡਾਇਗਰਾਮ ਨੂੰ ਐਟੋਮਿਕ ਸਟਰਕਚਰ ਕਿਹਾ ਜਾਂਦਾ ਹੈ। ਐਟੋਮਿਕ ਸਟਰਕਚਰ ਬਣੇਗਾ ਸੈਂਟਰ ਦੇ ਵਿੱਚ ਇੱਕ ਨਿਊਕਲੀਅਸ ਵਿੱਚ ਨਿਊਟਰੋਨਸ, ਪ੍ਰੋਟੋਨਸ ਕਿੰਨੇ ਹੋਣਗੇ? 1। ਓਕੇ, ਇਹਦੇ ਆਲੇ ਦੁਆਲੇ ਇੱਕ ਸ਼ੈਲ ਹੋਏਗਾ। ਓਕੇ, ਸ਼ੈਲ ਦੇ ਵਿੱਚ ਜਿਹੜਾ ਹੈ ਇੱਕ ਇਲੈਕਟ੍ਰੋਨ ਆਸ-ਪਾਸ ਘੁੰਮ ਰਿਹਾ ਹੋਏਗਾ। ਤਾਂ ਇਹ ਕੁਝ ਹਾਈਡਰੋਜਨ ਦਾ ਕੁਝ ਇਸ ਤਰ੍ਹਾਂ ਦਾ ਐਟੋਮਿਕ ਸਟਰਕਚਰ ਹੋਏਗਾ। ਓਕੇ, ਸੈਕੰਡ ਐਲੀਮੈਂਟ ਆਪਾਂ ਲੈਂਦੇ ਹਾਂ ਹੀਲੀਅਮ। ਹੀਲੀਅਮ ਦਾ ਐਟੋਮਿਕ ਨੰਬਰ ਹੁੰਦਾ ਹੈ 2, ਯਾਨੀ ਕਿ ਨੰਬਰ ਆਫ ਇਲੈਕਟ੍ਰੋਨਸ 2, ਨੰਬਰ ਆਫ ਪ੍ਰੋਟੋਨਸ 2। ਓਕੇ, ਹੁਣ ਇਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਨਿਊਕਲੀਅਸ ਹੋਏਗਾ। ਨਿਊਕਲੀਅਸ ਦੇ ਵਿੱਚ ਨੰਬਰ ਨਿਊਟਰੋਨਸ ਹੋਣਗੇ, ਪ੍ਰੋਟੋਨਸ ਹੋਣਗੇ, ਆਸ-ਪਾਸ ਉਹਦੇ ਇਲੈਕਟ੍ਰੋਨਸ ਘੁੰਮ ਰਹੇ ਹੋਣਗੇ। ਓਕੇ, ਹੁਣ ਪ੍ਰੋਟੋਨਸ ਕਿੰਨੇ ਹੋਣਗੇ? 2। ਇਲੈਕਟ੍ਰੋਨਸ ਕਿੰਨੇ ਹੋਣਗੇ? 2। ਓਕੇ, ਇਹ ਆਪਾਂ ਹੁਣੇ ਡਿਸਕਸ ਕੀਤਾ ਹੈ, ਜਿੰਨਾ ਐਟੋਮਿਕ ਨੰਬਰ ਹੈ ਉਨੇ ਹੀ ਇਲੈਕਟ੍ਰੋਨਸ ਤੇ ਉਨੇ ਹੀ ਪ੍ਰੋਟੋਨਸ। ਹੁਣ ਕੀ ਤੁਸੀਂ ਇਸੇ ਤਰੀਕੇ ਨਾਲ ਜਿਹੜਾ ਆਪਾਂ ਸਭ ਤੋਂ ਪਹਿਲੇ ਬਣਾਇਆ ਸੀ ਕਿ ਇਸ ਬਾਰੇ ਜੱਜ ਕਰ ਸਕਦੇ ਹੋ ਕਿ ਇਹ ਕਿਹੜੇ ਐਲੀਮੈਂਟ ਦਾ ਐਟੋਮਿਕ ਸਟਰਕਚਰ ਹੈ? ਹੁਣ ਜੇ ਇਹਨੂੰ ਧਿਆਨ ਨਾਲ ਦੇਖੋਗੇ, ਇਲੈਕਟ੍ਰੋਨਸ ਕਿੰਨੇ ਹੈ? 1 2 ਪਹਿਲੇ ਸ਼ੈਲ ਦੇ ਵਿੱਚ, 1 2 3 4 ਦੂਜੇ ਸ਼ੈਲ ਦੇ ਵਿੱਚ। ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨਸ, ਦੂਜੇ ਸ਼ੈਲ ਦੇ ਵਿੱਚ 4 ਇਲੈਕਟ੍ਰੋਨਸ, ਟੋਟਲ ਇਲੈਕਟ੍ਰੋਨਸ 6। यानी कि टोटल इलेक्ट्रॉन्स कितने हो? 6। इलेक्ट्रॉन 6 का मतलब है एटॉमिक नंबर भी कितना होएगा? 6। एटॉमिक नंबर 6, यानी कि प्रोटोन भी कितने होंगे? 6, इलेक्ट्रॉन भी कितने होंगे? 6। ये है बेसिक स्टेट ऑफ दिस एलिमेंट। बेसिक स्टेट ऑफ दिस एलिमेंट इस बारे भी आप फर्दर डिस्कस करांगे। बेसिक स्टेट ਦੇ ਵਿੱਚ ਜੇ ਕਿਸੇ ਜਿਹੜਾ ਹੈ ਐਟਮ ਕੋਲ 6 ਇਲੈਕਟ੍ਰੋਨ ਹੈ ਤਾਂ 6 ਹੀ ਪ੍ਰੋਟੋਨ ਹੋਣਗੇ ਤੇ ਉਹਦਾ ਐਟੋਮਿਕ ਨੰਬਰ ਵੀ 6 ਹੀ ਹੋਏਗਾ। ਓਕੇ, ਹੁਣ ਕੀ ਤੁਸੀਂ ਗੈਸ ਕਰ ਸਕਦੇ ਹੋ ਪੀਰੀਓਡਿਕ ਟੇਬਲ ਨੂੰ ਦੇਖ ਕੇ, ਜਾਂ ਕੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਇਹ ਕਿਹੜੇ ਐਲੀਮੈਂਟ ਦਾ ਐਟੋਮਿਕ ਨੰਬਰ ਹੈ? ਇਸ ਨੂੰ ਟਰਾਈ ਕਰਕੇ ਦੇਖੋ। ਵੀਡੀਓ ਨੂੰ ਇੱਥੇ ਪੌਜ਼ ਕਰੋ ਤੇ ਇਸ ਨੂੰ ਟਰਾਈ ਕਰਕੇ ਦੇਖੋ, ਪੀਰੀਓਡਿਕ ਟੇਬਲ ਦੇ ਵਿੱਚ ਲੱਭੋ ਕਿ ਇਹ ਕਿਹਦਾ ਐਟੋਮਿਕ ਨੰਬਰ ਹੈ। ਆਈ ਹੋਪ ਤੁਸੀਂ ਟਰਾਈ ਕਰਨ ਦੀ ਇਹਨੂੰ ਕੋਸ਼ਿਸ਼ ਕੀਤੀ ਹੋਏਗੀ। ਹੁਣ ਤੁਸੀਂ ਜੇ ਦੇਖ ਪਾਏ ਹੋਗੇ ਤਾਂ ਇਹ ਕਾਰਬਨ ਦਾ ਜਿਹੜਾ ਹੈ ਐਟੋਮਿਕ ਨੰਬਰ ਹੈ, ਕਾਰਬਨ ਜਿਹਨੂੰ ਕਿ ਸਿੰਬਲ C ਨਾਲ ਡਿਨੋਟ ਕੀਤਾ ਜਾਂਦਾ ਹੈ, ਇਹਦਾ ਐਟੋਮਿਕ ਨੰਬਰ ਹੈ 6। ਤਾਂ ਇਹ ਜਿਹੜਾ ਹੈ ਇਸ ਦਾ ਕਾਰਬਨ ਦਾ ਐਟੋਮਿਕ ਸਟਰਕਚਰ ਆਪਾਂ ਬਣਾਇਆ ਹੈ। ਓਕੇ, ਹੁਣ ਆਪਾਂ ਇਸ ਕਨਸੈਪਟ ਨੂੰ ਫਰਦਰ ਜਿਹੜਾ ਹੈ ਅੱਗੇ ਸਟੱਡੀ ਕਰਦੇ ਹਾਂ। ਹੁਣ ਇਹਦੇ ਵਿੱਚ ਇੱਕ ਕੁਐਸਚਨ ਹੈ, ਬਿਫੋਰ ਮੂਵਿੰਗ ਫਰਦਰ ਇੱਕ ਕੁਐਸਚਨ ਹੋ ਰਿਹਾ ਇਹਦੇ ਵਿੱਚ ਕਿ ਪਹਿਲੇ ਸ਼ੈਲ ਦੇ ਵਿੱਚ ਆਪਾਂ ਕਾਰਬਨ ਦੇ 2 ਇਲੈਕਟ੍ਰੋਨ ਰੱਖੇ, ਦੂਜੇ ਸ਼ੈਲ ਦੇ ਵਿੱਚ 4 ਇਲੈਕਟ੍ਰੋਨ ਰੱਖੇ, ਤਾਂ ਆਪਾਂ ਪਹਿਲੇ ਹੀ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਕਿਉਂ ਨਹੀਂ ਪਾਤੇ, ਦੂਜੇ ਸ਼ੈਲ ਵਿੱਚ ਕਿਉਂ ਪਾਏ? ਤਾਂ ਇਸ ਨੂੰ ਵੀ ਜਿਹੜਾ ਹੈ ਸਾਇੰਟਿਸਟ ਨੇ ਇਹਦੇ ਲਈ ਇੱਕ ਫਾਰਮੂਲਾ ਕ੍ਰੀਏਟ ਕੀਤਾ। ਉਹਨਾਂ ਨੇ ਜੋ ਹੁਣ ਤੱਕ ਸਟੱਡੀ ਕੀਤਾ ਉਸ ਦੇ ਬੇਸਿਸ ਤੇ ਕਾਫੀ ਫਾਰਮੂਲਾਜ਼ ਬਣਾਏ, ਤਾਂ ਆਪਾਂ ਉਸ ਬਾਰੇ ਫਰਦਰ ਡਿਸਕਸ ਕਰਦੇ ਹਾਂ ਹੁਣ। ਓਕੇ, ਸੋ ਇਹ ਕਿਵੇਂ ਪਤਾ ਲੱਗਦਾ ਹੈ ਕਿ ਕਿਹੜੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆਉਣਗੇ? ਤਾਂ ਉਹਦੇ ਲਈ ਇੱਕ ਫਾਰਮੂਲਾ ਜਿਹੜਾ ਹੈ ਸਾਇੰਟਿਸਟ ਨੇ ਡਰਾਈਵ ਕੀਤਾ। ਹੁਣ ਮੰਨ ਲਓ ਇੱਕ ਨਿਊਕਲੀਅਸ ਹੈ, न्यूक्लियस के आले दुआले जोड़े हैं शैल हैं कुछ। ओके, पहला शैल, दूजा शैल, तीजा शैल,
ओके इस तो बाद एक होर बना देंगे आप चौथा शैल। फिलहाल आप 4 तक इनू बनाते हैं। ओके ये होगा पहला शैल, शैल नंबर 1। ये होगा दूजा शैल, शैल नंबर 2। तीजा शैल, शैल नंबर 3। चौथा शैल, शैल नंबर 4। पहले शैल नू के शैल भी कहा जाता है। ओके याद रखना इस चीज़ नू। दूजे शैल नू एल शैल कहा जाता है, तीजे नू एम शैल कहा जाता है, फिर एन शैल कहा जाता है। उस तो बाद आता है ओ शैल, पी शैल, क्यू शैल। ओके जिन्हें पहला शैल के शैल, दूजा एल शैल, तीजा एम शैल, चौथा एन शैल, पंजवा जो इस तो बाद आप एक होर बना दिए थे तो ओ शैल, उस तो बाद पी शैल, उस तो बाद क्यू शैल। ओके सिंपल है जिवें आप ABCD पढ़ी है छोटे होंदे तो सेम चीज़ है KLMNOP क्यू। सो इस तरीके चीज़ ਨੂੰ बड़े आराम ਨਾਲ ਤੁਸੀਂ याद रख सकते हो। ਹੁਣ ਇਸ ਨੂੰ ਆਪਾਂ ਇਵੇਂ ਵੀ ਲਿਖ ਸਕਦੇ ਹਾਂ ਕਿ ਕੇ ਸ਼ੈਲ ਜਿਹੜਾ ਹੈ ਪਹਿਲਾ ਸ਼ੈਲ ਹੈ, ਐਲ ਸ਼ੈਲ ਜਿਹੜਾ ਹੈ ਦੂਜਾ ਸ਼ੈਲ ਹੈ, ਐਮ ਜਿਹੜਾ ਹੈ ਤੀਜਾ ਸ਼ੈਲ ਹੈ। ਇਸ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ। ਓਕੇ ਇੱਥੇ 1 2 3 4 ਕੀ ਦਰਸਾ ਰਿਹਾ ਕਿ ਇਹ ਕਿਹੜੇ ਨੰਬਰ ਦਾ ਸ਼ੈਲ ਹੈ, ਨੰਬਰ ਆਫ ਸ਼ੈਲ ਦੈਟ ਪਲੇਸ ਆਫ ਸ਼ੈਲ ਕਿਹੜੇ ਨੰਬਰ ਤੇ ਆਂਦਾ ਉਹ ਸ਼ੈਲ। ਠੀਕ ਹੈ ਕੇ ਆਂਦਾ ਹੈ ਪਹਿਲੇ ਨੰਬਰ ਤੇ, ਐਲ ਦੂਜੇ ਨੰਬਰ ਤੇ, ਐਮ ਤੀਜੇ ਨੰਬਰ ਤੇ ਐਨ चौथे नंबर पर। आप नंबर ਨੂੰ स्मॉल n ਨਾਲ ਇੱਥੇ ट्राई करते हैं या किसी भी होर अल्फाबेट ਨੂੰ ਤੁਸੀਂ कर सकते हो। तो साइंटिस्ट ने एक फार्मूला ਡਰਾਈਵ ਕੀਤਾ, ਉਹ ਸੀ 2n²। ਕਿਸੇ ਵੀ ਸ਼ੈਲ ਦੇ ਵਿੱਚ ਨੰਬਰ ਆਫ ਇਲੈਕਟ੍ਰॉन्स ਕਿੰਨੇ ਹੋ ਸਕਦੇ हैं, ਉਹ ਹੋ ਸਕਦੇ हैं 2n²। यानी कि ਜਿਹੜੇ ਨੰਬਰ ਆਫ ਇਲੈਕਟ੍ਰॉन्स हैं ਜੇ ਆਪਾਂ ਗੱਲ ਕਰੀਏ ਤਾਂ ਕੇ ਸ਼ੈਲ ਦੇ ਵਿੱਚ ਕਿੰਨੇ ਹੋਣਗੇ। ਕੇ ਸ਼ੈਲ ਦੇ ਵਿੱਚ ਜੇ ਆਪਾਂ ਨੰਬਰ ਆਫ ਇਲੈਕਟ੍ਰॉन्स ਦੀ ਗੱਲ ਕਰੀਏ ਤਾਂ 2 × 1 ਦਾ ਸਕੁਆਇਰ ਤਾਂ ਕਿੰਨਾ ਆ ਗਿਆ ਹੈ 2 × 2 इज इक्वल टू 2 × 1 इज इक्वल टू 2। 2 इलैक्ट्रॉन्स इन द फर्स्ट शैल। सेकेंड आ गया अपने को एल शैल ਦੇ ਵਿੱਚ ਕਿੰਨੇ ਇਲੈਕਟ੍ਰॉन्स होंगे 2 × n कितना है 2 ਦਾ ਸਕੁਆਇਰ 2 × 4 इज इक्वल टू 8। टोटल नंबर ऑफ इलैक्ट्रॉन्स 8। ਇਹ ਹੈ ਕਿ ਸਭ ਤੋਂ ਵੱਧ ਕਿੰਨੇ ਇਲੈਕਟ੍ਰॉन्स ਹੋ ਸਕਦੇ ਆ ਉਸ ਸ਼ੈਲ ਦੇ ਵਿੱਚ। ਤਾਂ ਕੇ ਸ਼ੈਲ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਇਲੈਕਟ੍ਰॉन ਹੋ ਸਕਦੇ ਆ 2 ਇਲੈਕਟ੍ਰॉन। ਐਲ ਸ਼ੈਲ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਇਲੈਕਟ੍ਰॉन ਹੋ ਸਕਦੇ ਆ 8 ਇਲੈਕਟ੍ਰॉन्स। ਓਕੇ ਇਵੇਂ ਹੀ ਐਮ ਸ਼ੈਲ ਦੇ ਵਿੱਚ ਜੇ ਆਪਾਂ ਦੇਖੀਏ ਨੰਬਰ ਆਫ ਇਲੈਕਟ੍ਰॉन्स 2 × 3 ਦਾ ਸਕੁਆਇਰ यानी कि 2 × 9 यानी कि 18 18। तो टोटल नंबर ऑफ इलैक्ट्रॉन्स मैक्सिमम ਵੱਧ ਤੋਂ ਵੱਧ 18। ਇਸ ਤੋਂ ਘੱਟ ਹੋ ਸਕਦੇ ਆ ਪਰ ਇਸ ਤੋਂ ਵੱਧ ਨਹੀਂ ਹੋ ਸਕਦੇ। ਐਮ ਸ਼ੈਲ ਦੇ ਵਿੱਚ ਵੱਧ ਤੋਂ ਵੱਧ 18 ਇਲੈਕਟ੍ਰॉन्स ਆ ਸਕਦੇ ਆ। ਐਨ ਸ਼ੈਲ ਦੇ ਵਿੱਚ ਕਿੰਨੇ ਆ ਸਕਦੇ ਆ ਇਲੈਕਟ੍ਰॉन्स 2 × 4 ਦਾ ਸਕੁਆਇਰ यानी 2 × 16 कितना आ गया 32। यानी कि 32 इलैक्ट्रॉन्स एन शैल ਦੇ ਵਿੱਚ ਆ ਸਕਦੇ ਆ। ਵੱਧ ਤੋਂ ਵੱਧ ਇਲੈਕਟ੍ਰॉन्स ਲਾਸਟ ਸ਼ੈਲ ਦੇ ਆਪਣੇ फोर्थ शैल ਦੇ ਵਿੱਚ ਕਿੰਨੇ ਆ ਸਕਦੇ ਆ 32। ओके सो इस चीज़ में एक बार तुम चंगी तरह ट्राई करके देखो। पहला शैल है के शैल, दूजा है एल शैल, तीजा है एम, चौथा है एन, फिर ओ पी क्यू। ठीक है फॉर्मूला है नंबर ऑफ इलैक्ट्रॉन्स किन्ने आ सकते हैं ਜਿਹੜੇ नंबर का शैल है उस नंबर का स्क्वायर ਨੂੰ 2 ਨਾਲ गुणा कर ਦਿਓ। इलैक्ट्रॉन किन्ने होंगे नंबर ऑफ इलैक्ट्रॉन्स इक्वल टू 2n²। के पहले नंबर का शैल है तो 2 × n की वैल्यू आप 1 पुट कर देंगे 1 ਦਾ ਸਕੁਆਇਰ रिजल्ट कितना आ गया 2 इलैक्ट्रॉन्स। एल शैल ਦੇ ਵਿੱਚ 2 × 2 ਦਾ ਸਕੁਆਇਰ, एम ਦੇ ਵਿੱਚ 2 × 3 ਦਾ ਸਕੁਆਇਰ, एन ਦੇ ਵਿੱਚ 2 × 4 ਦਾ ਸਕੁਆਇਰ, ओ ਦੇ ਵਿੱਚ 2 × 5 ਦਾ ਸਕੁਆਇਰ, पी ਦੇ ਵਿੱਚ 2 × 6 ਦਾ ਸਕੁਆਇਰ ਐਂਡ ਉਸ ਤੋਂ ਲਾਸਟ ਤੁਸੀਂ ਆਪ ਕਰਕੇ ਦੇਖ ਸਕਦੇ ਹੋ। ਓਕੇ ਹੁਣ ਇਹਨੂੰ ਆਪਾਂ ਫਰਦਰ ਜਿਹੜਾ ਹੈ ਥੋੜਾ ਜਿਹਾ ਹੋਰ ਸਟੱਡੀ ਕਰਦੇ ਹਾਂ। ਆਈ ਹੋਪ ਤੁਹਾਨੂੰ ਇੱਥੇ ਤੱਕ ਜਿਹੜਾ ਹੈ ਕਾਫੀ ਕਲੀਅਰ ਹੋਏਗਾ। ਹੁਣ ਆਪਾਂ ਫਿਲਹਾਲ ਇੱਥੇ ਤੱਕ ਆਪਾਂ ਪੜ੍ਹ ਚੁੱਕੇ ਹਾਂ ਕਿ ਕੇ ਸ਼ੈਲ ਦੇ ਵਿੱਚ ਨੰਬਰ ਆਫ ਇਲੈਕਟ੍ਰॉन्स ਹੁੰਦੇ हैं 2, ਐਲ ਦੇ ਵਿੱਚ ਨੰਬਰ ਆਫ ਇਲੈਕਟ੍ਰॉन्स ਹੁੰਦੇ हैं 8, ਐਮ ਦੇ ਵਿੱਚ 18, ਐਨ ਦੇ ਵਿੱਚ 32। ਇਹ ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ। ਹੁਣ ਆਪਾਂ ਆਉਂਦੇ ਹਾਂ ਇਸ ਤੋਂ ਅੱਗੇ ਦਾ ਇੱਕ ਕਨਸੈਪਟ ਜਿਹੜਾ ਕਿ ਤੁਹਾਡੀ 10th ਦੀ ਸਾਇੰਸ ਦੇ ਵਿੱਚ ਐਕਚੁਅਲੀ ਕਵਰ ਨਹੀਂ ਕੀਤਾ ਜਾਂਦਾ ਹੈ ਪਰ ਉਹ ਬਹੁਤ ਇੰਪੋਰਟੈਂਟ ਕਨਸੈਪਟ ਹੈ ਐਂਡ ਆਈ ਰੀਅਲੀ ਹੋਪ ਕਿ ਬਹੁਤ ਜਲਦੀ 10th ਦੇ ਸਿਲੇਬਸ ਦੇ ਵਿੱਚ ਇਨਕਲੂਡ ਕਰਨਗੇ ਐਂਡ ਇਟ ਇਜ਼ ਅ ਵੈਰੀ 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 ਈਜ਼ੀ ਕਨਸੈਪਟ। ਇਹ ਤੁਹਾਨੂੰ ਅੱਗੇ ਤੱਕ MSc ਕਰੋ, ਤੁਸੀਂ BTech ਕਰੋ, ਕੁਛ ਵੀ ਤੁਸੀਂ ਅੱਗੇ ਕੋਰਸ ਕਰੋ, +1 +2 ਹਰ ਜਗ੍ਹਾ 'ਤੇ ਕੰਮ ਆਉਣ ਵਾਲੀ ਚੀਜ਼ ਹੈ ਤੁਹਾਡੇ। ਇਸ ਕਨਸੈਪਟ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਕਿਉਂਕਿ ਇਹ ਤੁਹਾਡਾ ਕੈਮਿਸਟਰੀ ਦਾ ਬੇਸ ਹੈ। ਓਕੇ ਹੁਣ ਆਪਾਂ ਆਉਂਦੇ ਹਾਂ ਕਨਸੈਪਟ ਹੈ ਕੀ। ਇਹ ਕਨਸੈਪਟ ਹੈ ਕਿ ਆਪਾਂ ਕੇ ਵਿੱਚ ਕਹਤਾ 2 ਸ਼ੈਲ ਹੈ, ਐਲ ਦੇ ਵਿੱਚ ਕਹਤਾ 8 ਹੈ, ਐਮ ਦੇ ਵਿੱਚ 18 ਹੈ, ਐਨ ਦੇ ਵਿੱਚ 32 ਹੈ।
पर ये शैल भी अगे सब शैल्स भी डिवाइड होंगे हैं। सब शैल का मतलब की है, हुण ये है अपने को न्यूक्लियस, ओके, न्यूट्रॉन्स, प्रोटॉन्स, ये आस पास आप बनाता के शैल। के शैल कला शैल होंदा है, ਉਹਦੇ ਵਿੱਚ ਇੱਕੋ ही है। फिर आप बनाता एल शैल, पर एल शैल जिहड़ा है वो दो शैल्स नूं मिल के बनया होंदा है। ਇਹਦੇ ਨਾਲ ही आप एक होर छोटा जिहा शैल बना देंगे ਇਹਦੇ बिल्कुल नेड़े नेड़े, ओके। सो ये जिहड़ा है ये दोनों शैल मिल के जिहड़ा है एल शैल बना रहे हैं। एल शैल कला नहीं है, एल शैल दो शैल नूं मिल के बनया है, ओके। इवें ही आप जे अगे एम शैल बनाइए, ओके। एम शैल जिहड़ा है वो तीन शैल नूं मिल के बनया है। पहला शैल आप बनाता, हुण इहदे नाल ही दो होर शैल, ओके। कुछ इस तरीके नाल आप बना रहे हैं, दो शैल्स आप बनाते। हुण जिहड़ा एम शैल है वो इन्हां तीन शैल्स नूं मिल के बनया है। एम शैल कला नहीं है। हुण जे तुसीं ध्यान नाल देखो के शैल इत्थे है, के तो काफ़ी दूरी ते एल शैल है, पर एल दे दोनों शैल आपस में नेड़े नेड़े हैं। इस तो काफ़ी दूरी ते एम शैल है, पर एम तीन शैल नाल बनया है, तीनों ही शैल नेड़े नेड़े हैं। हुण इन्हां नूं कहंदे की हैं, इहदा पहला शैल जिहड़ा है वो हुंदा एस शैल, ਇਹਦੇ ਵਿੱਚ है एस ਤੇ पी शैल, ਇਹਦੇ ਵਿੱਚ है एस पी ਤੇ डी शैल, ओके। ਹੁਣ ਇਹ ਨੋਮਨਕਲੇਚਰ ਕਿਵੇਂ ਹੈ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ ਥੋੜਾ ਹੋਰ ਫਰਦਰ ਡਿਟੇਲ ਦੇ ਵਿੱਚ। पहला शैल है अपने को के शैल, 2 इलेक्ट्रॉन्स, L M N 2 8 18 32, ठीक है। हुण इत्थे मैं एक तुहाडे लई ड्रॉ करन जा रहा हाँ, ओके। एक इस चीज़ में तुसीं फिलहाल रिमेंबर करने का ट्राई करना है, एस एस पी डी, सॉरी नॉट डी, डी नहीं आएगा इत्थे, इसमें मैं कट कर रहा हूँ, एस एस पी, फिर आएगा एस पी डी, फिर आएगा एस पी डी एफ, एस पी डी एफ, एस पी डी एस पी, ओके। हुण हमेशा एस शैल दे विच दो ही इलैक्ट्रॉन्स होंगे, कितने होंगे, वध तो वध 2 इलैक्ट्रॉन्स। पी शैल दे विच वध तो वध कितने हो सकते हैं, 6 इलैक्ट्रॉन्स। ये सब शैल्स हैं एस पी डी एफ, 6 इलैक्ट्रॉन्स। डी शैल दे विच वध तो वध 10 इलैक्ट्रॉन्स। एफ शैल दे विच 14 इलैक्ट्रॉन्स, ओके। इसमें आप फर्दर आगे डिस्कस करते हैं, तो काफ़ी हद तक क्लीयर होएगा ये। हुण जे आप देखिए ये पहला है अपना के शैल, ये है अपना के शैल। के शैल दे विच सिर्फ एस सब शैल हुंदा है। एल शैल इहदे विच एस ते पी 2 सब शैल हुंदे हैं। एम शैल इहदे विच एस पी ते डी 3 सब शैल हुंदे हैं। एन शैल इहदे विच एस पी डी एफ 4 सब शैल हुंदे हैं। ओ शैल इहदे विच भी 4 सब शैल हुंदे हैं। पी शैल 3 सब शैल हुंदे हैं। क्यू इहदे विच भी 2 हुंदे हैं। हुण जिहड़े पी ते क्यू हैं ये अजे तक जिहड़े एलीमेंट्स फाइंड आउट किए गए हैं उन्हों के आधार पर अजे तक इन्हों के इन्ने ही सब शैल लभे गए हैं, तो इन्हों ही थ्योरी बनाया गया। हो सकता है फ्यूचर के विच होर एलीमेंट जो लभे जान तो इन्हों भी कुछ चेंजेस आन, बट फिलहाल जिहड़ा है अपने को केमिस्ट्री ये चीज़ कह रही है, ओके। हुण जे ध्यान नाल देखो के शैल दे विच आपां किन्ने लिखे सी, नंबर ऑफ इलैक्ट्रॉन्स 2 8 18 32, ओके। ये चीज़ आप लिख चुके हैं हुण तक। हुण आप इसनूं काउंट करके देखते हैं कि वाकई सब शैल नूं मिला के इन्हां कोल इन्ने इलैक्ट्रॉन बनते हैं। हुण इत्थे तुसीं देखोगे एस दे विच 2 इलैक्ट्रॉन है, इहदे कोल इक्को ही सब शैल है 2 इलैक्ट्रॉन, के दे विच टोटल 2 इलैक्ट्रॉन आ सकते हैं। एल दे विच 8 इलैक्ट्रॉन, इहदे कोल 2 सब शैल है एस ते पी, एस दे विच कितने हैं 2, पी दे विच कितने हैं 6, 6 ते 2 8, टोटल हो गए 8 इलैक्ट्रॉन्स। एम दे विच 18, सब शैल हैं 3, एस पी डी, एस दे विच 2 इलैक्ट्रॉन, पी दे विच 6 ते डी दे विच 10 इलैक्ट्रॉन, टोटल कितने हो गए 10 + 6 16 + 2 18। एन दे विच 32, एस पी डी एफ चारों नूं टोटल करके देखो 32 आ जाएगा। सो इस तरीके नाल तुसीं अगे भी कर सकते हो। हुण ये जिहड़े हैं
L ਦੇ ਜਿਹੜੇ 8 ਇਲੈਕਟ੍ਰੋਨਸ ਹੈ ਇਹ 2 ਵਿੱਚ ਡਿਵਾਈਡ ਹੈ, 2 S ਸ਼ੈਲ ਦੇ ਵਿੱਚ ਤੇ 6 P ਸ਼ੈਲ ਦੇ ਵਿੱਚ। ਠੀਕ ਹੈ, ਹੁਣ ਆਪਾਂ ਆਉਂਦੇ ਹਾਂ ਇਸ ਤੋਂ ਫਰਦਰ ਅਗਲੇ ਕਨਸੈਪਟ ਤੇ ਕਿ ਇਹਨਾਂ ਨੂੰ ਫਿਲ ਕਿਵੇਂ ਕੀਤਾ ਜਾਂਦਾ ਹੈ। ਕਿਸੇ ਵੀ ਐਟਮ ਦੇ ਵਿੱਚ ਕਿਹੜੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋਣਗੇ, ਉਹਦੀ ਐਟੋਮਿਕ ਸਟਰਕਚਰ ਉਹਦਾ ਕਿਵੇਂ ਬਣਦਾ ਹੈ। ਸੋ ਉਹ ਆਪਾਂ ਇੱਕ ਵਾਰ ਨੈਕਸਟ ਵੀਡੀਓ ਵਿੱਚ ਜਿਹੜਾ ਹੈ ਡਿਸਕਸ ਕਰਦੇ ਹਾਂ। ਫਿਲਹਾਲ ਤੁਸੀਂ ਇਸ ਚੀਜ਼ ਨੂੰ ਜਿਹੜਾ ਇੱਕ ਵਾਰ ਰਿਮੈਂਬਰ ਕਰਨ ਦਾ ਟਰਾਈ ਕਰਨਾ ਹੈ। ਮੈਂ ਇੱਕ ਵਾਰ ਸਮਰਾਈਜ਼ ਕਰਨਾ ਤੁਹਾਨੂੰ। ਪਹਿਲਾ ਹੈ ਕਿ ਐਟੋਮਿਕ ਸਟਰਕਚਰ ਕੀ ਹੁੰਦਾ, ਜਿਹਦੇ ਵਿੱਚ ਆਪਾਂ ਇੱਕ ਨਿਊਟਰੋਨ ਦਿਖਾ ਦਈਏ ਜਾਂ ਇੱਕ ਜਿਹੜਾ ਹੈ ਇੱਕ ਨਿਊਟਰੋਨ ਦਿਖਾ ਦਈਏ ਸੈਂਟਰ ਦੇ ਵਿੱਚ ਤੇ ਪ੍ਰੋਟੋਨਸ ਦਿਖਾ ਦਈਏ, ਕਿੰਨੇ ਨੰਬਰ ਆਫ ਨਿਊਟਰੋਨਸ ਹੈ, ਕਿੰਨੇ ਨੰਬਰ ਆਫ ਪ੍ਰੋਟੋਨਸ ਹੈ। ਉਹਦੇ ਆਲੇ ਦੁਆਲੇ ਘੁੰਮਦੇ ਆਪਾਂ ਇਲੈਕਟ੍ਰੋਨਸ ਦਿਖਾ ਦਈਏ, ਕਿੰਨੇ ਇਲੈਕਟ੍ਰੋਨਸ ਘੁੰਮ ਰਹੇ ਆ। ਐਟੋਮਿਕ ਨੰਬਰ ਦੇ ਬੇਸਿਸ ਤੇ ਇਸ ਚੀਜ਼ ਨੂੰ ਦਰਸਾਇਆ ਜਾਂਦਾ ਹੈ। ਹੁਣ ਆਉਂਦਾ ਸ਼ੈਲਸ। ਐਟੋਮਿਕ ਸਟਰਕਚਰ ਦੇ ਵਿੱਚ ਸ਼ੈਲ ਕਿੰਨੇ ਹੁੰਦੇ ਆ, ਪਹਿਲਾ ਸ਼ੈਲ, ਦੂਜਾ ਸ਼ੈਲ, ਤੀਜਾ ਸ਼ੈਲ, ਚੌਥਾ ਸ਼ੈਲ, ਉਸ ਤੋਂ ਬਾਅਦ ਵੀ ਹੁੰਦਾ। ਉਹਦੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਇੰਨੇ ਆ ਸਕਦੇ ਆ। ਅੱਗੇ ਆਪਾਂ ਡਿਸਕਸ ਕੀਤੇ ਆ ਸਬ ਸ਼ੈਲ। ਹਰ ਸ਼ੈਲ ਦੇ ਸਬ ਸ਼ੈਲ ਕਿਵੇਂ ਹੁੰਦੇ ਆ। ਠੀਕ ਹੈ, ਫਿਲਹਾਲ ਇਸ ਕਨਸੈਪਟ ਨੂੰ ਤੁਸੀਂ ਟਰਾਈ ਕਰੋ, ਇਸ ਕਨਸੈਪਟ ਨੂੰ ਅੰਡਰਸਟੈਂਡ ਕਰਨ ਦਾ ਜਿਹੜਾ ਹੈ ਟਰਾਈ ਕਰੋ। ਕੱਲ ਇਸੇ ਟੌਪਿਕ ਨੂੰ ਆਪਾਂ ਇੱਕ ਵਾਰ ਬਰੀਫ ਵਿੱਚ ਰਿਪੀਟ ਕਰਕੇ ਤੇ ਇਸ ਤੋਂ ਅੱਗੇ ਆਵਾਂਗੇ ਕਿ ਇਹਨਾਂ ਸ਼ੈਲ ਨੂੰ ਭਰਨਾ ਕਿਵੇਂ ਹੈ, ਐਟੋਮਿਕ ਸਟਰਕਚਰ ਨੂੰ ਬਣਾਉਣਾ ਕਿਵੇਂ ਹੈ। ਐਟੋਮਿਕ ਸਟਰਕਚਰ ਜਿਹੋ ਜਿਹੀ ਆਪਾਂ ਪਹਿਲੇ ਦਿਖਾ ਚੁੱਕੇ ਹਾਂ, ਕੁਝ ਇਸ ਤਰ੍ਹਾਂ ਦੀ ਜਿਹੜੀ ਹੈ ਐਟੋਮਿਕ ਸਟਰਕਚਰ ਹੁੰਦੀ ਹੈ, ਜਿਹਦੇ ਵਿੱਚ ਆਪਾਂ ਨੰਬਰ ਆਫ ਇਲੈਕਟ੍ਰੋਨ ਦੱਸਦੇ ਹਾਂ, ਪ੍ਰੋਟੋਨ ਦੱਸਦੇ ਹਾਂ ਤੇ ਸ਼ੈਲ ਕਨਫੀਗਰੇਸ਼ਨ ਇਸ ਦੇ ਬੇਸ ਤੇ ਹੋਏਗੀ। ਓਕੇ, ਸ਼ੈਲ ਕਨਫੀਗਰੇਸ਼ਨ ਹੋਏਗੀ ਕਿ S P D F ਇਹਨਾਂ ਦੇ ਵਿੱਚ ਕਿੰਨੇ ਕਿੰਨੇ ਇਲੈਕਟ੍ਰੋਨਸ ਹੈ। ਐਟੋਮਿਕ ਸਟਰਕਚਰ ਯਾਨੀ ਕਿ ਜਿਹੜਾ ਹੈ ਡਾਇਗਰਾਮ ਨਾਲ ਬਣਾਈ ਗਈ ਉਹਦੀ ਜਿਹੜਾ ਐਕਸਪਲੇਨੇਸ਼ਨ ਪਲੱਸ ਲਿਖ ਕੇ ਦੱਸਣਾ ਕਿ ਇਹਦੇ ਵਿੱਚ ਕਿੰਨੇ ਹੈ, ਉਹ ਹੋ ਗਿਆ ਤੁਹਾਡਾ ਸ਼ੈਲ ਕਨਫੀਗਰੇਸ਼ਨ, ਕਿਹੜੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੈ। ਠੀਕ ਹੈ, ਸੋ ਇਸ ਚੀਜ਼ ਨੂੰ ਇੱਕ ਵਾਰ ਤੁਸੀਂ ਟਰਾਈ ਕਰੋ ਅੰਡਰਸਟੈਂਡ ਕਰਨ ਦਾ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਦੇ ਆਸ-ਪਾਸ ਇਲੈਕਟ੍ਰੋਨਸ ਕਿਵੇਂ ਬਣਾਉਣੇ ਹੈ, ਕਿਹੜੇ ਐਟਮ ਦੇ ਵਿੱਚ ਕਿੰਨੇ ਹੋਣਗੇ ਤੇ ਪੀਰੀਓਡਿਕ ਟੇਬਲ ਦੇ ਵੱਖਰੇ ਵੱਖਰੇ ਐਲੀਮੈਂਟਸ ਦੀ ਤੁਸੀਂ ਇਹਨੂੰ ਟਰਾਈ ਕਿਵੇਂ ਕਰ ਸਕਦੇ ਹੋ, ਇਹ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।